ਸਵਾਲ ਇਹ ਖੜਾ ਹੋ ਜਾਂਦਾ ਜਦੋਂ ਸਿਆਸਤ ਦੇ ਵਿੱਚ ਆ ਜਾਂਦੇ ਹੋ ਤਾਂ ਸਿਆਸਤ ਦੇ ਵਿੱਚ ਸਿਰਫ ਤੇ ਸਿਰਫ ਆਲੋਚਨਾ ਹੈ, ਜ਼ਿਆਦਾ ਕਿ ਵਕਾਲਤ ਦੇ ਵਿੱਚ ਤੁਹਾਨੂੰ ਸ਼ਾਬਾਸ਼ੀ ਸੀ। ਨਹੀਂ, ਵਕਾਲਤ ਵਿੱਚ ਵੀ ਆਲੋਚਨਾ ਮਿਲਦੀ ਹੈ, ਲੇਕਿਨ ਵਕਾਲਤ ਦਾ ਹੁੰਦਾ ਆਪਣਾ ਪ੍ਰੋਫੈਸ਼ਨ ਹੈ, ਆਪਣੇ ਤੌਰ ਤੇ ਬੰਦਾ ਇੰਡੀਪੈਂਡੈਂਟ ਹੁੰਦਾ ਹੈ। ਔਰ ਮੈਂ ਉੱਥੇ ਵੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਲੋਕ ਸੀ, ਗਰੀਬ ਬੰਦੇ ਸੀ, ਉਹਨਾਂ ਤੋਂ ਫੀਸ ਨਹੀਂ ਲੈਣੀ। ਬਹੁਤ ਹੱਦ ਤੱਕ ਮੇਰੇ 50% ਕੇਸ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ 'ਚ ਮੈਨੂੰ ਫੀਸ ਨਹੀਂ ਸੀ ਆਉਂਦੀ। ਪੰਜਾਬ ਦੇ ਬਦਲਾਅ ਦੇ ਵਿੱਚ ਤੁਸੀਂ ਕਿੱਥੇ ਦੇਖਦੇ ਹੋ ਕਿ ਅੱਜ ਦੀ ਸਿਆਸਤ ਕਿੱਥੇ ਖੜੀ ਹੈ? ਪਿੱਛੀਆਂ ਪਾਰਟੀਆਂ ਜਿਹੜੀਆਂ ਹੋਈਆਂ, ਭਾਵੇਂ ਸ਼੍ਰੋਮਣੀ ਅਕਾਲੀ ਦਲ ਸੀ, ਭਾਵੇਂ ਕਾਂਗਰਸ ਸੀ, ਭਾਵੇਂ ਗੱਠਜੋੜ ਦੇ ਨਾਲ ਚੱਲਣ ਵਾਲੀਆਂ ਪਾਰਟੀਆਂ ਸੀ, ਉਹਨਾਂ ਦਾ ਦਾਇਰਾ ਤੇ ਅੱਜ ਦੇ ਦਾਇਰੇ ਦੇ ਵਿੱਚ ਬਦਲਾਅ ਕਿੱਥੇ ਵੇਖਦੇ ਹੋ? 3 ਮੁੱਦਿਆਂ ਤੇ ਪਾਰਟੀ ਨੇ ਸਟੈਂਡ ਲਿਆ। 3 ਮੁੱਦੇ ਅਹਿਮ ਸੀ: ਸਿੱਖਿਆ, ਸਿਹਤ ਅਤੇ ਕਰਪਸ਼ਨ ਦੇ ਉਲਟ ਸਰਕਾਰ ਦਾ ਸਟੈਂਡ। ਔਰ ਉਹਨਾਂ ਤੇ ਲੋਕਾਂ ਦਾ ਜਿਹੜਾ ਸਾਥ ਬੜਾ ਮਿਲਿਆ। ਤੁਸੀਂ ਦੇਖੋ, ਹਰ ਇੱਕ ਪੁਆਇੰਟ ਤੇ ਦੇਖ ਲਓ, ਕਰਪਸ਼ਨ ਦੀ ਗੱਲ ਕਰ ਲਓ। ਕਦੇ ਤੁਸੀਂ ਸੁਣਿਆ ਸੀ ਕਿ DIG ਦਾ ਆਫਿਸ ਤੇ ਰੇਡ ਪਈ ਹੋਵੇ? ਕਦੇ ਇਤਿਹਾਸ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਕੰਮ ਕਰਕੇ ਦਿਖਾਇਆ ਕਿ ਆਪਣਾ MLA ਅੰਦਰ ਕਰਿਆ? ਸਾਡੇ 25-30 ਸਾਲ ਦੇ ਵਿੱਚ ਕਦੇ ਨਹੀਂ ਸੁਣਿਆ ਸੀ ਕਿ 8 ਘੰਟੇ ਤੋਂ ਵੱਧ ਬਿਜਲੀ ਆ ਜਾਊਗੀ। ਪਹਿਲੀ ਵਾਰ ਹੋਇਆ ਕਿ ਲੋਕਾਂ ਨੂੰ ਜਾ ਕੇ ਆਪਣੇ ਟਿਊਬਵੈੱਲ ਬੰਦ ਕਰਨੇ ਪਏ। 18-18, 20-20 ਘੰਟੇ ਲਾਈਟ ਆਈ। ਰਾਏ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਚੱਲ ਰਹੇ ਹੋ, ਪਰ ਜਦੋਂ ਤੁਸੀਂ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਦੇ ਨੇ ਤਾਂ ਕਿਤੇ ਨਾ ਕਿਤੇ ਗਵਰਨਰ ਸਾਹਿਬ ਕਹਿੰਦੇ ਨੇ ਸਾਰਾ ਕੁਝ ਕਾਨੂੰਨ ਦੇ ਉਲਟ ਹੋ ਰਿਹਾ। ਇਹ ਆਖਰ ਜਿਹੜਾ ਟੈਕਨੀਕਲ ਪੁਆਇੰਟ ਹੈ ਕਿੱਥੇ ਪੇ ਚੜਦਾ? ਜਦੋਂ ਅਸੀਂ ਲੋਕ ਸਭਾ ਦੇ ਵਿੱਚ ਕੋਈ ਬਿੱਲ ਲੈ ਕੇ ਆਉਂਦੇ ਆ, ਉਹਨੂੰ ਪਾਸ ਕਰਦੇ ਆ, ਤਾਂ ਗਵਰਨਰ ਕੋਲ ਇਹ ਰਾਈਟ ਨਹੀਂ ਹੁੰਦਾ ਕਿ ਉਹਨੂੰ ਡਿਸਓਨਰ ਕਰੇ। ਦੇਖੋ, ਇਹ 3 ਕਰੋੜ ਲੋਕਾਂ ਦੀ ਇੱਜ਼ਤ ਦਾ ਸਵਾਲ ਆ। ਲੋਕਾਂ ਨੇ ਆਪਣੇ ਨੁਮਾਇੰਦੇ ਭੇਜੇ ਨੇ। ਸਤਿ ਸ਼੍ਰੀ ਅਕਾਲ, ਗਲੋਬਲ ਪੰਜਾਬ TV ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ। ਪੰਜਾਬ ਦੀ ਸਿਆਸਤ ਬਦਲ ਚੁੱਕੀ ਹੈ, ਨਵੀਂ ਨੁਹਾਰ ਆ ਚੁੱਕੀ ਹੈ। ਆਮ ਆਦਮੀ ਪਾਰਟੀ 92 ਵਿਧਾਇਕਾਂ ਦੇ ਨਾਲ ਇਸ ਸਮੇਂ ਪੰਜਾਬ ਦੀ ਸੱਤਾ ਤੇ ਕਾਬਜ਼ ਹੈ ਤੇ ਇਸ ਸਭ ਦੇ ਨਾਲ ਗੱਲ ਕਰਾਂਗੇ ਕਿ ਆਖਰ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਨਵਾਂ ਚੱਲ ਕੀ ਰਿਹਾ, ਪੰਜਾਬ ਦੀ ਸਿਆਸਤ ਦਾ ਉਭਾਰ ਕੀ ਹੈ, ਬਦਲਾਅ ਕੀ ਹੈ, ਜਾਂ ਪੰਜਾਬ ਦੀ ਰਾਜਨੀਤੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪਾਸੇ ਕਰਵਟ ਲੈ ਕੇ ਜਾਵੇਗੀ। ਇਸ ਬਾਬਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਰਾਏ ਮੌਜੂਦ ਨੇ। ਲਖਵੀਰ ਸਿੰਘ ਰਾਏ ਦੀ ਜੇ ਮੈਂ ਪਛਾਣ ਕਰਾਵਾਂ ਤਾਂ ਉਹਨਾਂ ਦੀ ਪਛਾਣ ਕੋਈ ਵੀ ਸੌਖਾਵੇਂ ਅੱਖਰਾਂ 'ਚ ਨਹੀਂ ਲਿਖੀ ਜਾ ਸਕਦੀ, ਕਿਉਂਕਿ ਉਹਨਾਂ ਨੇ ਸਰਪੰਚੀ ਤੋਂ ਲੈ ਕੇ ਵਿਧਾਇਕ ਤੱਕ ਦਾ ਸਫ਼ਰ ਪੂਰਾ ਕੀਤਾ ਹੈ ਤੇ ਉਹਨਾਂ ਦੀ ਜਿਹੜੀ ਸਿਆਸਤ ਦੀ ਦੁਨੀਆ ਉਸ ਦੇ ਵਿੱਚ ਸਭ ਤੋਂ ਵੱਡਾ ਨਮਾਨਾ ਜੋ ਖੱਟਿਆ ਗਿਆ, ਉਹਨਾਂ ਦੀ ਵਕਾਲਤ ਨੇ ਖੱਟਿਆ, ਕਿਉਂਕਿ ਵਕਾਲਤ ਦੇ ਤੌਰ ਤੇ ਉਹਨਾਂ ਨੇ ਹੇਠਲੇ ਪੱਧਰ ਦੇ ਲੋਕਾਂ ਦੀ ਲੜਾਈ ਵੀ ਲੜੀ ਹੈ। ਇਸ ਸਾਰੇ ਬਾਬਤ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਰਾਏ ਸਾਹਿਬ, ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰਾਏ ਸਾਹਿਬ, ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ, ਨਿੱਜੀ ਜ਼ਿੰਦਗੀ ਜੇ ਮੈਂ ਗੱਲ ਕਰਾਂ, ਤੁਸੀਂ ਸਰਪੰਚੀ ਤੋਂ ਲੈ ਕੇ ਵਿਧਾਇਕ ਤੱਕ ਪਹੁੰਚੇ ਹੋ। ਪੈੜਾ ਕਿੰਨਾ ਕੁ ਔਖਾ ਸੀ, ਕਿੰਨਾ ਕੁ ਜਿਹੜਾ ਪੜਾਵ ਹੈ ਉਹਦੇ 'ਚ ਖੜਾਵ ਕਿੰਨਾ ਕੁ ਸੀ, ਜਾਂ ਉਹਦਾ ਜਿਹੜਾ ਦਾਇਰਾ ਸੀ, ਜਾਂ ਉਹਦੇ ਜਿਹੜੇ ਵਿਚਾਰ ਸੀ, ਤਕਰਾਰ ਸੀ? ਕਿਉਂਕਿ ਸਿਆਸਤ ਦਾ ਜਿਹੜਾ ਪੱਲੜਾ ਹੈ ਉਹ ਇੱਕ ਨਿਰਪੱਖ ਹੈ, ਇੱਕ ਅਲੱਗ ਹੈ। ਜੋ ਤੁਸੀਂ ਵਕਾਲਤ ਦੀ ਦੁਨੀਆ ਦੇ ਵਿੱਚ ਕਰਦੇ ਸੀ ਉਸ ਤੋਂ ਬਿਲਕੁਲ ਅਲੱਗ ਹੈ। ਮੇਰੀ ਜਿਹੜੀ ਰਾਜਨੀਤਿਕ ਸਟਾਰਟ ਹੈ, ਉਹ ਪਹਿਲਾਂ ਮੈਂ ਆਪਣੇ ਪਿੰਡ ਦਾ ਜਿਹੜਾ ਸਪੋਰਟਸ ਕਲੱਬ ਸੀ ਉਹਦਾ ਪ੍ਰਧਾਨ ਬਣਿਆ, ਔਰ 25 ਸਾਲਾਂ ਦੀ ਉਮਰ ਦੇ ਵਿੱਚ ਹੀ ਮੈਂ ਸਰਪੰਚ ਬਣਿਆ। 2 ਵਾਰ ਪਿੰਡ ਦਾ ਸਰਪੰਚ ਬਣਿਆ, 2 ਵਾਰ ਸਰਬਸੰਮਤੀ ਹੋਈ। ਪਹਿਲਾ ਰਿਕਾਰਡ ਹੈ ਕਿ ਆਪਣੇ ਪਿੰਡ ਦੇ ਵਿੱਚ ਕਦੇ ਸਰਬਸੰਮਤੀ ਨਹੀਂ ਸੀ ਹੋਈ। ਔਰ ਉਹ ਤੋਂ ਬਾਅਦ ਦਰ ਇਲੈਕਸ਼ਨਾਂ ਲੜੀਆਂ, ਚਾਹੇ ਉਹ ਕੋਆਪਰੇਟਿਵ ਸੋਸਾਇਟੀ ਦੇ ਪ੍ਰਧਾਨ ਦੀ ਗੱਲ ਹੋਵੇ, ਕੋਆਪਰੇਟਿਵ ਸੋਸਾਇਟੀ ਦੇ ਪ੍ਰਧਾਨ ਵੀ ਰਿਹਾ, ਫਿਰ ਕੋਆਪਰੇਟਿਵ ਸੋਸਾਇਟੀ ਦਾ ਡਾਇਰੈਕਟਰ ਵੀ ਰਿਹਾ। ਵਕਾਲਤ ਦੇ ਨਾਲ ਪੋਲੀਟਿਕਸ ਜ਼ਿਆਦਾ ਇੰਟਰਸਟ ਸੀ। ਔਰ ਫਿਰ ਮੈਂ ਜ਼ਿਲ੍ਹਾ ਪਰਿਸ਼ਦ ਇਲੈਕਸ਼ਨ ਲੜੀ। ਅੱਜ ਤੱਕ ਜਿਹੜਾ ਮਾਰਜਨ ਹੈ ਮੇਰਾ ਜ਼ਿਲ੍ਹਾ ਪਰਿਸ਼ਦ ਦਾ, ਉਹ ਕਿਸੇ ਨੇ ਨਹੀਂ ਤੋੜਿਆ। ਡਿਸਟ੍ਰਿਕਟ ਫਤਿਹਗੜ੍ਹ 6600 ਤੇ ਮੈਂ ਜਿੱਤਿਆ ਸੀ। ਸੋ ਲੋਕਾਂ ਦਾ ਬਹੁਤ ਪਿਆਰ ਮਿਲਿਆ। ਔਰ ਜਦੋਂ 2012 ਦੀ ਟਿਕਟ ਦੀ ਗੱਲ ਸੀ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਸਿਫਾਰਿਸ਼ ਨਾਲ ਕਿਸੇ ਨੂੰ ਟਿਕਟ ਦਿੱਤੀ ਗਈ। ਤਾਂ ਉਹ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਆਮ ਲੋਕਾਂ ਦੇ ਘਰਾਂ ਦੇ ਜਿਹੜੇ ਨੌਜਵਾਨ ਹੈ ਜਾਂ ਜਿਹੜੇ ਲੋਕ ਨੇ, ਉਹਨਾਂ ਲਈ ਸਿਆਸਤ ਨਹੀਂ ਹੈ। ਫਿਰ ਮੈਂ ਆਪਣਾ ਕਾਰੋਬਾਰ ਸਟਾਰਟ ਕੀਤਾ। ਮੈਂ ਇੱਕ ਤਰ੍ਹਾਂ ਨਾਲ ਸਿਆਸਤ ਤੋਂ ਅਲੱਗ ਹੋ ਗਿਆ ਸੀ, ਲੇਕਿਨ ਸਾਡੇ ਹਲਕਾ ਫਤਿਹਗੜ੍ਹ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਹਿਬਾਨ ਆਉਣ ਲੱਗੇ 2014 ਇਲੈਕਸ਼ਨ 'ਚ ਆਏ ਕਿ ਆਪਾਂ ਇੱਕ ਨਵੀਂ ਪਾਰਟੀ ਹੈ ਜਿਹੜੀ ਇਮਾਨਦਾਰ ਪਾਰਟੀ ਹੈ, ਤੁਹਾਡੀ ਸੋਚ ਦੇ ਨਾਲ ਚੱਲਣ ਵਾਲੀ ਪਾਰਟੀ ਹੈ, ਜਿਵੇਂ ਤੁਸੀਂ ਸੋਚਦੇ ਹੋ ਉਸ ਤਰ੍ਹਾਂ ਦੀ ਪਾਰਟੀ ਹੈ, ਤੁਹਾਨੂੰ ਉਹ ਪਾਰਟੀ ਜਾਣਾ ਚਾਹੀਦਾ ਹੈ। ਫਿਰ ਮੈਂ 2016 'ਚ ਆਮ ਆਦਮੀ ਪਾਰਟੀ 'ਚ ਆ ਗਿਆ ਸੀ, ਔਰ ਉਹ ਤੋਂ ਬਾਅਦ 2017 ਦੀ ਇਲੈਕਸ਼ਨ ਲੜੀ। ਬੜੀਆਂ ਵੋਟਾਂ ਪਈਆਂ, ਚਲੋ ਹਾਰ ਜਿੱਤ ਬਣੀ ਹੋਈ ਹੈ। ਔਰ 2022 'ਚ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੇ ਮੇਰੇ 'ਤੇ ਅਹਿਸਾਨ ਕੀਤਾ। ਬਹੁਤ ਵੱਡਾ ਉਹਨਾਂ ਦਾ ਕਰਜ਼ਾ ਹੈ ਕਿ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਸ਼ਹੀਦਾਂ ਦੀ ਧਰਤੀ ਦਾ। ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ।
ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਦੀ ਉਮੀਦ 'ਤੇ ਪੂਰਾ ਉਤਰਾਂਗੇ। ਰਾਏ ਸਾਹਿਬ, ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਜਦੋਂ ਤੁਸੀਂ ਵਕਾਲਤ ਦੀ ਦੁਨੀਆ 'ਚ ਸੀ, ਵਕਾਲਤ ਦੀ ਦੁਨੀਆ ਦੇ ਵਿੱਚ ਵੀ ਤੁਹਾਡਾ ਨਾਂ ਫਤਿਹਗੜ੍ਹ ਸਾਹਿਬ ਦੀ ਅਦਾਲਤ ਤੋਂ ਲੈ ਕੇ ਚੰਡੀਗੜ੍ਹ ਦੇ ਹਾਈ ਕੋਰਟ ਤੱਕ ਗੁੰਜਿਆ। ਉਹ ਸਮਾਂ ਸੀ ਜਦੋਂ ਵਕਾਲਤ ਦੀ ਦੁਨੀਆ ਦੇ ਵਿੱਚ ਤੁਸੀਂ ਇੱਕ ਤਰੀਕੇ ਦਾ ਰਾਜ ਕੀਤਾ ਹੈ। ਪਰ ਸਵਾਲ ਇਹ ਖੜਾ ਹੋ ਜਾਂਦਾ ਜਦੋਂ ਸਿਆਸਤ ਦੇ ਵਿੱਚ ਆ ਜਾਂਦੇ ਹੋ ਤਾਂ ਸਿਆਸਤ ਦੇ ਵਿੱਚ ਸਿਰਫ ਤੇ ਸਿਰਫ ਆਲੋਚਨਾ ਹੈ, ਜ਼ਿਆਦਾ ਕਿ ਵਕਾਲਤ ਦੇ ਵਿੱਚ ਤੁਹਾਨੂੰ ਸ਼ਾਬਾਸ਼ੀ ਸੀ। ਨਹੀਂ, ਵਕਾਲਤ ਵਿੱਚ ਵੀ ਆਲੋਚਨਾ ਮਿਲਦੀ ਹੈ, ਲੇਕਿਨ ਵਕਾਲਤ ਦਾ ਹੁੰਦਾ ਆਪਣਾ ਪ੍ਰੋਫੈਸ਼ਨ ਹੈ, ਆਪਣੇ ਤੌਰ 'ਤੇ ਬੰਦਾ ਇੰਡੀਪੈਂਡੈਂਟ ਹੁੰਦਾ ਹੈ। ਔਰ ਮੈਂ ਉੱਥੇ ਵੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਲੋਕ ਸੀ, ਗਰੀਬ ਬੰਦੇ ਸੀ, ਉਹਨਾਂ ਤੋਂ ਫੀਸ ਨਹੀਂ ਲੈਣੀ। ਬਹੁਤ ਹੱਦ ਤੱਕ ਮੇਰੇ 50% ਕੇਸ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ 'ਚ ਮੈਨੂੰ ਫੀਸ ਨਹੀਂ ਸੀ ਆਉਂਦੀ, ਔਰ ਅਸੀਂ ਲੜੀਏ, ਬੜੀ ਵਧੀਆ ਵਕਾਲਤ ਚੱਲੀ। ਲੇਕਿਨ ਮਨ 'ਚ ਕਿਤੇ ਨਾ ਕਿਤੇ ਹੈਗਾ ਸੀ ਕਿ ਸਿਆਸਤ ਵੱਲ ਆਉਣਾ, ਲੋਕਾਂ ਦੀ ਸੇਵਾ ਕਰਨੀ ਹੈ, ਔਰ ਜਿਹੜਾ ਮੋੜਾ ਫਿਰ ਸਿਆਸਤ ਵੱਲ ਪਿਆ। ਰਾਏ ਸਾਹਿਬ, ਜੇ ਮੈਂ ਗੱਲ ਕਰਾਂ ਸਿਆਸਤ ਦੇ, ਤੁਸੀਂ ਕਹਿ ਰਹੇ ਹੋ ਕਿ ਸਿਆਸਤ ਵੱਲ ਮੋੜਾ ਪੈ ਗਿਆ। ਹੁਣ ਤੁਸੀਂ ਵਕਾਲਤ ਦੀ ਦੁਨੀਆ ਦੇ ਵਿੱਚ ਬਹੁਤ ਉੱਪਰ ਚੁੱਕੇ ਹੋ, ਤੇ ਮੈਂ ਟੈਕਨੀਕਲ ਤੌਰ ਤੇ ਗੱਲ ਕਰਾਂ ਪੰਜਾਬ ਦੇ ਬਦਲਾਅ ਦੀ, ਤਾਂ ਪੰਜਾਬ ਦੇ ਬਦਲਾਅ ਦੇ ਵਿੱਚ ਤੁਸੀਂ ਕਿੱਥੇ ਦੇਖਦੇ ਹੋ ਕਿ ਅੱਜ ਦੀ ਸਿਆਸਤ ਕਿੱਥੇ ਖੜੀ ਹੈ? ਪਿੱਛੀਆਂ ਪਾਰਟੀਆਂ ਜਿਹੜੀਆਂ ਹੋਈਆਂ, ਭਾਵੇਂ ਸ਼੍ਰੋਮਣੀ ਅਕਾਲੀ ਦਲ ਸੀ, ਭਾਵੇਂ ਕਾਂਗਰਸ ਸੀ, ਭਾਵੇਂ ਗੱਠਜੋੜ ਦੇ ਨਾਲ ਚੱਲਣ ਵਾਲੀਆਂ ਪਾਰਟੀਆਂ ਸੀ, ਉਹਨਾਂ ਦਾ ਦਾਇਰਾ ਤੇ ਅੱਜ ਦੇ ਦਾਇਰੇ ਦੇ ਵਿੱਚ ਬਦਲਾਅ ਕਿੱਥੇ ਵੇਖਦੇ ਹੋ? ਦੇਖੋ, ਬਦਲਾਅ ਮੇਰੇ ਕਿਸੇ ਤੇ ਬਦਲਾਅ ਨਹੀਂ ਆਉਣਾ, ਬਦਲਾਅ ਲੋਕ ਦੱਸਦੇ ਆ। ਜਿਹੜੇ 3 ਮੁੱਦਿਆਂ 'ਤੇ ਪਾਰਟੀ ਨੇ ਸਟੈਂਡ ਲਿਆ, 3 ਮੁੱਦੇ ਅਹਿਮ ਸੀ: ਸਿੱਖਿਆ, ਸਿਹਤ ਅਤੇ ਕਰਪਸ਼ਨ ਦੇ ਉਲਟ ਸਰਕਾਰ ਦਾ ਸਟੈਂਡ, ਔਰ ਉਹਨਾਂ 'ਤੇ ਲੋਕਾਂ ਦਾ ਜਿਹੜਾ ਸਾਥ ਬੜਾ ਮਿਲ ਰਿਹਾ। ਤੁਸੀਂ ਦੇਖੋ, ਹਰ ਇੱਕ ਪੁਆਇੰਟ 'ਤੇ ਦੇਖ ਲਓ, ਕਰਪਸ਼ਨ ਦੀ ਗੱਲ ਕਰ ਲਓ। ਕਦੇ ਤੁਸੀਂ ਸੁਣਿਆ ਸੀ ਕਿ DIG ਦਾ ਆਫਿਸ 'ਤੇ ਰੇਡ ਪਈ ਹੋਵੇ? DIG ਆਫਿਸਰ ਤੱਕ ਬੰਦੇ ਕੇਸ ਹੋਏ ਹੋਣ, FIR ਹੋਣ। ਪੁਲਿਸ ਦਾ ਅਸੀਂ ਰੋਜ਼ ਸੁਣਦੇ ਹਾਂ। ਕਦੇ ਤੁਸੀਂ ਪਹਿਲਾਂ ਨਿਊਜ਼ਪੇਪਰਾਂ 'ਚ ਸੁਣਿਆ ਸੀ ਕਿ ਰੋਜ਼ ਆਉਂਦੇ ਆ ਕਿ ਅੱਜ ਫਲਾਣਾ ਅਫਸਰ ਫੜ ਲਿਆ, ਅੱਜ ਫਲਾਣਾ ਅਫਸਰ ਫੜ ਲਿਆ। ਮਤਲਬ ਲੋਕਾਂ 'ਚ ਇੱਕ ਵਿਸ਼ਵਾਸ ਬਣ ਗਿਆ ਕਿ ਹਾਂ, ਆਮ ਆਦਮੀ ਪਾਰਟੀ ਇਮਾਨਦਾਰ ਪਾਰਟੀ ਹੈ, ਔਰ ਜਿਹੜੇ ਇੱਥੇ ਅਫਸਰ ਵੀ ਕਰਪਟ ਕਰਨਗੇ ਜਾਂ ਲੀਡਰ, ਚਾਹੇ ਉਹ ਕਾਂਗਰਸ ਦੇ ਆ, ਚਾਹੇ ਉਹ ਅਕਾਲੀ ਦਲ ਦੇ ਆ, ਚਾਹੇ ਉਹ ਆਮ ਆਦਮੀ ਪਾਰਟੀ ਦੇ ਆ। ਕਦੇ ਇਤਿਹਾਸ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਕੰਮ ਕਰਕੇ ਦਿਖਾਇਆ ਕਿ ਆਪਣਾ MLA ਅੰਦਰ ਕਰਿਆ, ਜੇ ਕਿਤੇ ਸ਼ਿਕਾਇਤ ਆਈ ਤਾਂ ਉਹਨਾਂ ਨੇ ਆਪਣਾ ਵੀ ਨਹੀਂ ਬਖਸ਼ਿਆ। ਨਹੀਂ, ਸਰਕਾਰਾਂ 'ਚ ਹੁੰਦੀ ਸੀ, ਆਪਣੇ ਨੂੰ ਛੋਟ, ਦੂਜੇ ਫੜੇ ਜਾਂਦੇ ਸੀ। ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅਤੇ ਅਰਵਿੰਦ ਕੇਜਰੀਵਾਲ ਸਾਹਿਬ ਦਾ ਸਾਨੂੰ ਸਪਸ਼ਟ ਸੰਦੇਸ਼ ਹੈ ਕਿ ਅਗਰ ਤੁਸੀਂ ਕਰਪਸ਼ਨ ਦੇ ਕੇਸ 'ਚ ਆ ਗਏ ਤਾਂ ਸਾਡੇ ਕੋਲ ਕੋਈ ਮਾਫੀ ਨਹੀਂ, ਇਹ ਤੁਹਾਨੂੰ ਕਦੇ ਵੀ ਮਾਫ ਨਹੀਂ ਕੀਤਾ ਜਾਊਗਾ। ਸੋ ਪਾਰਟੀ ਦੀ ਆਈਡੀਓਲੋਜੀ ਲੋਕਾਂ ਨੂੰ ਪਸੰਦ ਹੈ, ਔਰ ਜਿਹੜਾ ਕੰਮ ਤੁਸੀਂ ਦੇਖ ਰਹੇ ਹੋ, ਸਿਹਤ ਦੇ ਮੁਹੱਲਾ ਕਲੀਨਿਕ ਤੁਹਾਡੇ ਸਾਹਮਣੇ ਆ, ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ। ਇਹ ਸੱਚ ਹੈ ਕਿ ਪੰਜਾਬ ਕੋਲ ਇੰਨੇ ਵਸੀਲੇ ਨਹੀਂ ਜਿੰਨੇ ਅਸੀਂ ਤੇਜ਼ੀ ਨਾਲ ਜਾਣਾ ਚਾਹੀਦਾ, ਲੇਕਿਨ ਜਿੰਨਾ ਵੀ ਗਿਆ ਲੋਕਾਂ ਨੇ ਵੈਲਕਮ ਕੀਤਾ। ਲੋਕਾਂ ਨੇ ਜਿਹੜਾ ਮਾਡਲ ਹੈ ਇਹ ਮੁਹੱਲਾ ਕਲੀਨਿਕ ਦਾ, ਉਹਨੂੰ ਅਪਣਾਇਆ। ਤੁਸੀਂ ਰੋਜ਼ ਦੇਖਦੇ ਹੋ ਲੱਖਾਂ ਦੀ ਤਾਦਾਦ ਵਿੱਚ ਸਾਡੇ ਉੱਥੇ ਪੇਸ਼ੈਂਟ ਜਾ ਕੇ ਇਲਾਜ ਕਰਵਾਉਂਦੇ ਆ। ਔਰ ਸਕੂਲਾਂ ਦੇ ਤੁਸੀਂ ਦੇਖ ਰਹੇ ਹੋ, ਸਕੂਲਾਂ ਦੀ ਐਮਐਨਐਸ ਸਕੂਲ ਨੇ, ਔਰ ਜਿਹੜੇ ਦੂਜੇ ਸਕੂਲ ਹੈ, ਹੁਣ ਕੰਪੀਟੀਸ਼ਨ ਦੇਖਿਆ ਤੁਸੀਂ, ਪੰਜਾਬ ਦਾ ਜਿਹੜਾ ਗ੍ਰਾਫ ਹੈ ਸਿੱਖਿਆ ਦੇ ਮਹਿਕਮੇ 'ਚੋਂ ਕਿੱਥੇ ਅੱਪ ਹੋਇਆ, ਤੁਹਾਡੇ ਸਾਹਮਣੇ ਹੀ ਹੈ। ਜਿਹੜੇ ਕੰਮ ਹੁੰਦੇ ਤਾਂ ਹੀ ਲੋਕ ਗੱਲ ਕਰਦੇ ਆ। ਔਰ ਹਰ ਇੱਕ ਵਰਗ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ, ਸਾਡੇ ਮਾਨਯੋਗ CM ਸਾਹਿਬ ਦੇ ਜਿਹੜੀ ਨੀਅਤ, ਜਿਹੜੀ ਉਹਨਾਂ ਦੀ ਨੀਅਤ ਔਰ ਜਿਹੜਾ ਉਹਨਾਂ ਦਾ ਮਿਸ਼ਨ ਹੈ, ਉਹਦੇ ਨਾਲ ਸਹਿਮਤ ਹੈ। ਦੇਖੋ, ਕਿਸਾਨਾਂ ਨੂੰ ਪਹਿਲੀ ਵਾਰ ਸਾਡੇ 25-30 ਸਾਲ ਦੇ ਵਿੱਚ ਕਦੇ ਨਹੀਂ ਸੁਣਿਆ ਸੀ ਕਿ 8 ਘੰਟੇ ਤੋਂ ਵੱਧ ਬਿਜਲੀ ਆ ਜਾਊਗੀ। ਪਹਿਲੀ ਵਾਰ ਹੋਇਆ ਕਿ ਲੋਕਾਂ ਨੂੰ ਜਾ ਕੇ ਆਪਣੇ ਟਿਊਬਵੈੱਲ ਬੰਦ ਕਰਨੇ ਪਏ। 18-18, 20-20 ਘੰਟੇ ਲਾਈਟ ਆਈ, ਔਰ ਉਹਨਾਂ ਦੀ ਜਿਹੜਾ ਇਹ ਸੀ ਕਿ ਅਸੀਂ ਲੋਕਾਂ ਨੂੰ ਮੁਫਤ ਬਿਜਲੀ ਦੇਣੀ ਆ। ਉਹਦੇ ਵਿੱਚ ਵੀ ਤੁਸੀਂ ਦੇਖਿਓ, ਕੋਈ ਵਰਗ ਐਸਾ ਨਹੀਂ ਰਿਹਾ ਜਿਹਨੂੰ ਅਸੀਂ ਫਾਇਦਾ ਨਾ ਦੇ ਸਕੀਏ, ਸਾਰੇ ਵਰਗਾਂ ਨੂੰ ਫਾਇਦਾ ਮਿਲਿਆ। ਸੋ ਇਹ ਸਰਕਾਰ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਹੈ, ਔਰ ਸਭ ਦੀ ਭਲਾਈ ਦੀ ਕੰਮ ਕਰਨ ਵਾਲੀ ਹੈ। ਔਰ ਸਰਦਾਰ ਭਗਵੰਤ ਸਿੰਘ ਦਾ ਮਾਨ ਸਾਹਿਬ ਦਾ ਜੋ ਸੁਪਨਾ ਸੀ, ਉਹਦੇ ਨਾਲ ਚੱਲੇ ਹਾਂ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ। ਪਰ ਰਾਏ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਚੱਲ ਰਹੇ ਹੋ, ਪਰ ਜਦੋਂ ਤੁਸੀਂ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਦੇ ਨੇ ਤਾਂ ਕਿਤੇ ਨਾ ਕਿਤੇ ਗਵਰਨਰ ਸਾਹਿਬ ਕਹਿੰਦੇ ਨੇ ਸਾਰਾ ਕੁਝ ਕਾਨੂੰਨ ਦੇ ਉਲਟ ਹੋ ਰਿਹਾ। ਇਹ ਆਖਰ ਜਿਹੜਾ ਟੈਕਨੀਕਲ ਪੁਆਇੰਟ ਹੈ ਕਿੱਥੇ ਪੇ ਚੜਦਾ? ਦੇਖੋ, ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ, ਔਰ ਲੋਕਾਂ ਦੇ ਅਨੁਸਾਰ ਸਰਕਾਰ ਚੱਲਦੀ ਹੈ। ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ, ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਪੰਜਾਬ ਦੀ ਸੇਵਾ ਦਿੱਤੀ, 92 MLA 'ਚ ਤਾਂ ਇਹ ਰਿਕਾਰਡ ਤੋੜ। ਔਰ ਹੁਣ ਜਿਹੜਾ ਲੋਕਾਂ ਦੇ ਕੰਮ ਕਰਨ ਦੀ ਜ਼ਿੰਮੇਵਾਰੀ ਉਹ 92 MLA ਦੀ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ 'ਚ ਹੋ ਰਿਹਾ ਕੰਮ। ਔਰ ਜਦੋਂ ਅਸੀਂ ਲੋਕ ਸਭਾ ਦੇ ਵਿੱਚ ਕੋਈ ਬਿੱਲ ਲੈ ਕੇ ਆਉਂਦੇ ਹਾਂ, ਉਹਨੂੰ ਪਾਸ ਕਰਦੇ ਹਾਂ, ਤਾਂ ਗਵਰਨਰ ਕੋਲ ਇਹ ਰਾਈਟ ਨਹੀਂ ਹੁੰਦਾ ਕਿ ਉਹਨੂੰ ਡਿਸਓਨਰ ਕਰੇ।
ਦੇਖੋ ਇਹ ਲੋਕ 3 ਕਰੋੜ ਲੋਕਾਂ ਦੀ ਇੱਜ਼ਤ ਦਾ ਸਵਾਲ ਹੈ। ਲੋਕਾਂ ਨੇ ਆਪਣੇ ਨੁਮਾਇੰਦੇ ਭੇਜੇ ਨੇ, ਜੇ ਕੋਈ ਬਿੱਲ ਲੈ ਕੇ ਆਉਂਦੇ ਨੇ ਤਾਂ ਪੰਜਾਬ ਦੇ ਭਲੇ ਲਈ ਹੈ। ਜੇ ਉਹਨੂੰ ਡਿਲੇ ਕੀਤਾ ਜਾਂਦਾ ਹੈ ਜਾਂ ਉਹਨੂੰ ਰਿਜੈਕਟ ਕੀਤਾ ਜਾਂਦਾ ਹੈ ਤਾਂ ਇਹ ਜਿਹੜਾ ਲੋਕਤੰਤਰ ਦੀ ਭਾਵਨਾ ਦੇ ਖਿਲਾਫ ਹੈ। ਪਰ ਗਵਰਨਰ ਸਾਹਿਬ ਤਾਂ ਸਿੱਧੇ ਤੌਰ ਤੇ ਇਹ ਕਹਿ ਰਹੇ ਨੇ ਕਿ ਜਿਹੜੇ ਚਾਰੋਂ ਬਿੱਲ ਪਾਸ ਕੀਤੇ ਗਏ ਨੇ ਉਹ ਕਿਤੇ ਨਾ ਕਿਤੇ ਇਹ ਕਾਨੂੰਨ ਤੋਂ ਉਲਟ ਹੈ। ਇਹ ਉਹਨਾਂ ਨੇ ਤਾਂ ਜਿਹੜਾ ਸੈਸ਼ਨ ਬੁਲਾਇਆ ਸੀ ਉਹਨੂੰ ਵੀ ਗੈਰ ਸੰਵਿਧਾਨਿਕ ਕਰਾਰ ਦਿੱਤਾ ਸੀ। ਦੇਖੋ ਜਿਹੜਾ ਸੈਸ਼ਨ ਪਹਿਲਾਂ ਵੀ ਉਹਨੂੰ ਬੁਲਾਉਂਦੇ ਨਹੀਂ ਸੀ, ਕਾਲ ਨਹੀਂ ਸੀ ਕੀਤਾ, ਸੁਪਰੀਮ ਕੋਰਟ ਜਾ ਕੇ ਕਰਵਾਇਆ। ਔਰ ਜਿਹੜੀਆਂ ਹੋਰ ਸਟੇਟਾਂ ਨੇ, ਕਦੇ ਤੁਸੀਂ ਯੂਪੀ 'ਚ ਹਰਿਆਣੇ 'ਚ ਇੰਨਾ ਗਵਰਨਰ ਦਾ ਇੰਟਰਫੀਅਰ ਦੇਖਿਆ? ਸਿਰਫ ਪੰਜਾਬ 'ਚ ਕਿਉਂ ਹੋ ਰਿਹਾ? ਉਹ ਸਭ ਆਪਾਂ ਜਾਣਦੇ ਹਾਂ ਕਿ ਇਹ ਰਾਜਨੀਤੀ ਹੈ। ਬੀਜੇਪੀ ਹੈ ਜਿਹੜੀ, ਉਹਦੀ ਇਹ ਗੰਦੀ ਰਾਜਨੀਤੀ ਹੈ। ਲੋਕਾਂ ਨੂੰ ਚੁਣੀ ਹੋਈ ਸਰਕਾਰ ਨੂੰ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਚਾਹੇ ਉਹ ਦਿੱਲੀ ਦੀ ਗੱਲ ਕਰ ਲਓ, ਤੁਹਾਡੇ ਸਾਹਮਣੇ ਆਇਆ ਦਿੱਲੀ ਦਾ ਜਿਹੜਾ ਚੁਣਿਆ ਹੋਇਆ ਸੀਐਮ ਹੈ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ, ਉਹਨਾਂ ਦੇ ਉੱਪਰ ਆਈਐਸ ਅਫਸਰ ਲਾਤੇ। ਉਹਨਾਂ ਦੀ ਸ਼ਕਤੀ ਇੰਨੀਆਂ ਘਟਾਤੀਆਂ ਕਿ ਇੱਕ ਗਸਟਡ ਅਫਸਰ ਜਿੰਨੀਆਂ ਵੀ ਸ਼ਕਤੀਆਂ ਨਹੀਂ ਰਹੀਆਂ ਉੱਥੇ। ਇਹ ਇਹਨਾਂ ਦੀ ਨੀਅਤ ਜਿਹੜੀ ਹੈ ਔਰ ਇਹਨਾਂ ਦਾ ਜੋ ਮਿਸ਼ਨ ਹੈ ਉਹ ਸਪਸ਼ਟ ਹੁੰਦਾ ਹੈ ਕਿ ਇਹ ਜਿਹੜਾ ਇੱਕ ਰਾਜ ਵੱਲ ਵੱਧ ਰਹੇ ਨੇ, ਜਿਹੜਾ ਆਪਾਂ ਕਹਿ ਸਕਦੇ ਆ ਕਿ ਇਹ ਜਿਹੜਾ ਡੈਮੋਕ੍ਰੇਸੀ ਨੂੰ ਖਤਮ ਕਰਨ ਵੱਲ ਜਾ ਰਹੇ ਨੇ ਔਰ ਇਹ ਆਪਣਾ ਡੰਡਾ ਚਲਾ ਰਹੇ ਨੇ। ਜਿਵੇਂ TN ਸ਼ੇਸ਼ਨ ਨੇ ਡੰਡਾ ਚਲਾਇਆ ਸੀ, ਉਹਦੀ ਤਰਜ਼ ਤੇ ਉਹਨਾਂ ਨੇ ਤਾਂ ਲੋਕ ਦੀ ਭਲਾਈਆਂ ਲਈ ਕੰਮ ਕੀਤਾ ਸੀ। ਇਲੈਕਸ਼ਨ ਕਮਿਸ਼ਨ ਨੂੰ ਇੱਕ ਬੜਾ ਵਧੀਆ ਉਹਨਾਂ ਨੇ ਮਾਡਲ ਬਣਾਇਆ ਸੀ, ਲੇਕਿਨ ਇਹ ਹਿੰਦੂਤਵ ਮਾਡਲ ਬਣਾ ਰਹੇ ਨੇ। ਉਹੀ ਨੀਅਤ ਹੈ, ਵੈਸੇ ਉਹਨਾਂ ਦੀ ਨੀਅਤ ਸਹੀ ਸੀ, ਇਹਨਾਂ ਦੀ ਨੀਅਤ ਖਤਮ ਹੈ। ਰਾਘਵ ਚੱਡਾ ਨੇ ਵੀ ਕੱਲ ਸਦਨ ਦੇ ਵਿੱਚ ਇਹ ਗੱਲ ਬੋਲੀ ਹੈ ਕਿ LK ਅਡਵਾਨੀ ਦੇ ਵੱਲੋਂ ਇੱਕ ਦਿੱਲੀ ਨੂੰ ਪੂਰਨ ਰਾਜ ਦੀ ਗੱਲ ਆਖੀ ਗਈ ਸੀ, ਪਰ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਜਿਹੜੀ ਪਾਰਟੀ ਪੂਰਨ ਰਾਜ ਦੀ ਗੱਲਾਂ ਕਰਦੀ ਸੀ, ਅੱਜ ਉਹ ਪੂਰਨ ਰਾਜ ਨੂੰ ਦੂਰ ਕਰਨ ਦੀ ਗੱਲਾਂ ਕਰਦੀ ਨੇ। ਉਹਨਾਂ ਦੀ ਦੂਰ ਅੰਦੇਸ਼ੀ ਹੀ ਦੂਰ ਹੋ ਗਈ ਹੈ। ਆਖਰ ਇਹ ਵਕਵਾ ਕਿਉਂ ਪਿਆ? ਆਮ ਆਦਮੀ ਪਾਰਟੀ ਨਾਲ ਹੀ ਪੇਚ ਕਿਉਂ ਫਸਿਆ? ਦੂਜੇ ਸੂਬਿਆਂ ਦੇ ਵਿੱਚ ਵੀ ਹੋਰ ਸਰਕਾਰਾਂ ਨੇ, ਆਮ ਆਦਮੀ ਪਾਰਟੀ ਨਾਲ ਇੰਨੀ ਤਕਲੀਫ ਕਿਉਂ ਹੈ? ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ, ਤੁਸੀਂ ਇਤਿਹਾਸ ਦੇਖ ਰਹੇ ਹੋ, 10 ਸਾਲਾਂ ਵਿੱਚ ਨੈਸ਼ਨਲ ਪਾਰਟੀ ਬਣੀ। ਬਹੁਤ ਤੇਜ਼ੀ ਨਾਲ ਪਾਰਟੀ ਇਹ ਸਾਰੇ ਹਿੰਦੁਸਤਾਨ 'ਚ ਵਧ ਰਹੀ ਹੈ, ਹਰ ਇੱਕ ਸਟੇਟ 'ਚ ਪੈਰ ਪਸਾਰ ਰਹੀ ਹੈ ਔਰ ਲੋਕਾਂ ਦਾ ਵਿਸ਼ਵਾਸ ਅਰਵਿੰਦ ਕੇਜਰੀਵਾਲ ਸਾਹਿਬ 'ਤੇ ਬਣਿਆ ਹੋਇਆ ਹੈ। ਉਹਨੂੰ ਇਹ ਸਮਝਦੇ ਨੇ ਕਿ ਜਿਹੜੀ ਗਰੋਇੰਗ ਪਾਰਟੀ ਹੈ ਆਮ ਆਦਮੀ ਪਾਰਟੀ, ਇਹਨੂੰ ਕਿਵੇਂ ਰੋਕਿਆ ਜਾਵੇ। ਹੱਥਕੰਡੇ ਅਪਣਾ ਰਹੇ ਨੇ। ਉਹਦਾ ਹੀ ਨਤੀਜਾ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਹੁਣ ਬਿੱਲ ਪਾਸ ਕਰਾਏ ਨੇ। ਦੇਖੋ ਪਹਿਲਾਂ ਸੁਸ਼ਮਾ ਸਵਰਾਜ ਜੀ ਰਹੇ, ਫਿਰ ਮਦਨ ਲਾਲ ਖੁਰਾਨਾ BJP ਦਾ ਰਿਹਾ। ਜਦ ਇਹਨਾਂ ਨੂੰ ਕਿਉਂ ਨਾ ਯਾਦ ਆਇਆ ਕਿ ਇਹ ਜਿਹੜੀ UT ਹੈ ਉਹਦੀਆਂ ਪਾਵਰਾਂ ਕੀ ਹੁੰਦੀਆਂ ਨੇ, ਇੱਕ ਸਟੇਟ ਨਹੀਂ ਹੈਗੀ। ਇਹ ਜਾਣਬੁੱਝ ਕੇ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਰਥ ਹੈ ਸਾਰੇ ਹਿੰਦੁਸਤਾਨ ਦੇ ਵੱਲ ਚੱਲ ਰਿਹਾ, ਉਹਨੂੰ ਰੋਕਣ ਦੀ ਕੋਸ਼ਿਸ਼ ਹੈ। ਆਖਰੀ ਸਵਾਲ, ਜੇ ਮੈਂ ਗੱਲ ਦੇ ਪੜਾਅ ਦੇ ਵਿੱਚ ਜਾਵਾਂ ਪੋਲੀਟੀਕਲ ਤੌਰ ਤੇ, ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਸਰਕਮਸਟੈਂਸ ਹੈ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਆਉਣ ਵਾਲੀ ਰਣਨੀਤੀ ਹੈ ਉਹ ਕਿਹੋ ਜਿਹੀ ਰਹੇਗੀ? ਕਿਉਂਕਿ ਖਾਸ ਕਰਕੇ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਦਿੱਲੀ ਬਿੱਲ ਪਾਸ ਹੋ ਚੁੱਕਿਆ, ਉਸ ਤੋਂ ਬਾਅਦ ਜਿਹੜੀਆਂ ਸ਼ਕਤੀਆਂ ਨੇ ਉਹ LG ਦੀਆਂ ਵੱਧ ਜਾਣਗੀਆਂ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੋਲ ਜਿਹੜੀ ਸ਼ਕਤੀਆਂ ਦੀ ਪਾਵਰ ਹੈ ਬਹੁਤ ਜ਼ਿਆਦਾ ਘੱਟ ਰਹਿ ਜਾਏਗੀ ਤੇ ਦੂਜਾ ਸੂਬਾ ਪੰਜਾਬ ਹੀ ਹੋਵੇਗਾ ਜੋ ਪੂਰਨ ਤੌਰ ਤੇ ਰਾਜ ਦੇ ਤੌਰ ਤੇ ਕਾਇਮ ਹੈ। ਤੇ ਪੰਜਾਬ ਤੋਂ ਹੁਣ ਆਮ ਆਦਮੀ ਪਾਰਟੀ ਚੱਲੇਗੀ ਜਾਂ ਦਿੱਲੀ ਦੁਬਾਰਾ ਸਟੈਂਡ ਕਰੇਗਾ, ਦਿੱਲੀ ਦੁਬਾਰਾ ਸਟਰਗਲ ਕਰੇਗਾ, ਸੰਘਰਸ਼ ਕਰੇਗਾ? ਦੇਖੋ BJP ਤਾਂ ਚਾਹੁੰਦੀ ਹੈ ਕਿ ਦਿੱਲੀ ਨੂੰ ਅਸੀਂ ਡਾਊਨ ਕਰੀਏ, ਲੇਕਿਨ ਦਿੱਲੀ ਦੇ 2 ਕਰੋੜ ਲੋਕ ਔਰ ਅਰਵਿੰਦ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਇਹ ਕਦੇ ਨਹੀਂ ਹੋਣ ਦੇਊਗੀ। ਜਿਹੜਾ ਉਹਨਾਂ ਦੇ ਮਨ 'ਚ BJP ਦੇ ਬਣਾਈ ਬੈਠੇ ਇੱਕ ਢੌਂਸਲਾ, ਉਹ ਕਦੇ ਨਹੀਂ ਚੱਲੂਗਾ। ਜੇ ਉਹਨਾਂ ਨੇ ਕਰਿਆ ਤਾਂ ਸੁਪਰੀਮ ਕੋਰਟ ਪਈ ਹੈ, ਲੋਕਾਂ ਦੀ ਅਦਾਲਤ ਪਈ ਹੈ। 2024 ਆ ਗਈ, MP ਦੇ ਇਲੈਕਸ਼ਨਾਂ 'ਚ ਲੋਕਾਂ ਨੇ ਜਵਾਬ ਦੇ ਦੇਣਾ ਨੇ। ਕਿਉਂਕਿ ਜੇ ਧੱਕਾ ਹੁੰਦਾ ਲੋਕਤੰਤਰ ਦੇ ਵਿੱਚ ਤਾਂ ਉਹਦਾ ਸਭ ਤੋਂ ਵੱਧ ਜਿਹੜਾ ਆਨਸਰੇਬਲ ਉਹ ਲੋਕ ਹੁੰਦੇ ਆ, ਲੋਕ ਜਵਾਬ ਦਿੰਦੇ ਆ ਔਰ ਲੋਕਾਂ ਨੇ ਜਵਾਬ ਦੇਣਾ ਹੈ। ਦਿੱਲੀ ਦੇ ਵਿੱਚ ਜਿਹੜੇ ਕੰਮ ਕੀਤੇ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੇ, ਚਾਹੇ ਉਹ ਮੁਹੱਲਾ ਕਲੀਨਿਕ ਸੀ, ਚਾਹੇ ਸਕੂਲਾਂ ਦੀ ਗੱਲ ਸੀ। ਤੁਸੀਂ ਸਭ ਜਾਣਦੇ ਹੋ ਅਮਰੀਕਾ ਦੀ ਫਸਟ ਲੇਡੀ ਹੈ, ਉਹ ਸਪੈਸ਼ਲ ਤੌਰ ਤੇ ਆਈ ਕਿ ਅਸੀਂ ਮੈਂ ਦਿੱਲੀ ਦੇ ਸਕੂਲ ਦੇਖਣੇ ਨੇ। ਜੋ ਮਾਡਲ ਪੇਸ਼ ਕਰਤਾ ਸੀ, ਜੇ ਸਾਨੂੰ ਇਹ ਦਬਦੇ ਵੀ ਨੇ, ਇਹ ਧੱਕਾਸ਼ਾਹੀ ਕਰਦੇ ਆ, ਨਾਦਰਸ਼ਾਹੀ ਕਰਦੇ ਆ, ਜੋ ਅਸੀਂ ਕੰਮ ਕਰਕੇ ਦਿਖਾਤੇ ਉਹ ਤਾਂ ਸਾਰੇ ਇੰਡੀਆ ਲਈ ਮਾਡਲ ਹੈ। ਉਹ ਅਸੀਂ ਸਾਰੇ ਇੰਡੀਆ 'ਚ ਲੈ ਕੇ ਜਾਵਾਂਗੇ ਆਮ ਆਦਮੀ ਪਾਰਟੀ। ਇਹ ਥੋੜ੍ਹੀ ਹੈ ਕਿ ਸਿਰਫ ਦਿੱਲੀ ਤੱਕ ਸੀਮਿਤ ਹੈ। ਜੇ ਦਿੱਲੀ ਤੱਕ ਸੀਮਿਤ ਹੁੰਦੀ, ਪੰਜਾਬ 'ਚ ਕਿਵੇਂ ਆਉਂਦੀ? ਅਸੀਂ ਪੰਜਾਬ 'ਚ ਜਿਹੜੇ ਚੰਗੇ ਕੰਮ ਹੈ ਲੈ ਕੇ ਆਏ ਔਰ ਪੰਜਾਬ ਦੇ ਲੋਕਾਂ 'ਚ ਪਸੰਦ ਕਰਦੇ ਹਾਂ। ਅਸੀਂ ਤਾਂ ਇਹ ਕਹਿੰਦੇ ਸਾਰੇ ਸਟੇਟਾਂ 'ਚ ਵੀ ਅਸੀਂ ਆਪਣੀ ਜਿਹੜੀਆਂ ਨੀਤੀਆਂ ਲੈ ਕੇ ਜਾਵਾਂਗੇ ਔਰ ਇੱਕ ਇਮਾਨਦਾਰ ਸਰਕਾਰਾਂ ਬਣਾਵਾਂਗੇ। ਇਹੀ ਸਾਡਾ ਮਿਸ਼ਨ ਹੈ ਔਰ ਲੋਕਾਂ ਦੀ ਸੇਵਾ ਕਰਨਾ ਮਿਸ਼ਨ ਹੈ। ਇੱਥੇ MLA ਮਿਨਿਸਟਰ ਨੂੰ ਆਪਣੇ ਜੇਬਾਂ ਭਰਨ ਦਾ ਕੋਈ ਅਧਿਕਾਰ ਨਹੀਂ, ਸਿਰਫ ਲੋਕਾਂ ਦੀ ਸੇਵਾ ਕਰਨ ਦਾ ਅਧਿਕਾਰ ਹੈ। ਜੇ ਕੋਈ MLA ਮਿਨਿਸਟਰ ਇਸ ਤਰ੍ਹਾਂ ਕਰਦਾ ਤਾਂ ਨਾਲ ਦੀ ਨਾਲ ਛੁੱਟੀ ਹੋ ਜਾਂਦੀ, ਤੁਹਾਡੇ ਸਾਹਮਣੇ ਆ। ਸੋ ਇਹੀ ਜਿਹੀ ਇਮਾਨਦਾਰ ਸਰਕਾਰ ਦਾ ਮਾਡਲ ਪੇਸ਼ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਿਹੜਾ ਪੇਸ਼ ਕੀਤਾ ਹੈ, ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜਿਹੜਾ ਪੇਸ਼ ਕੀਤਾ, ਲੋਕਾਂ ਦੀ ਉਦਾਹਰਨ ਹੈ। ਜੇ ਉੱਥੇ ਦਿੱਲੀ 'ਚ ਪਾਵਰਾਂ ਘਟਾ ਵੀ ਦਿੰਦੇ ਆ, ਲੇਕਿਨ ਸਾਡੇ ਕੋਲ ਮਾਡਲ ਤਾਂ ਹੈ, ਲੋਕ ਮੰਨਦੇ ਨੇ,
ਕਿ ਹਾਂ ਦਿੱਲੀ ਦੇ ਔਰ ਪੰਜਾਬ ਦਾ ਮਾਡਲ ਬੈਸਟ ਮਾਡਲ ਹੈ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਆਮ ਆਦਮੀ ਪਾਰਟੀ ਅੱਜ ਕਿੱਥੇ ਕੁ ਖੜੀ ਹੈ? ਲੋਕਾਂ ਦੇ ਵਿੱਚ ਇੱਕ ਇਹ ਵੀ ਸਵਾਲ ਚੱਲਣਾ ਸ਼ੁਰੂ ਹੋ ਗਿਆ, ਖਾਸ ਕਰਕੇ ਵਿਰੋਧੀਆਂ ਦੇ ਵੱਲੋਂ ਇਹ ਸਵਾਲ ਦਾਗਿਆ ਜਾ ਰਿਹਾ ਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਫੇਮ ਦਿੱਤੀ ਜਾ ਰਹੀ ਹੈ, ਖਾਸ ਕਰਕੇ ਦਿੱਲੀ ਬਿੱਲ ਪੇਸ਼ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੀ ਵਿਧਾਨ ਸਭਾ ਹੋਵੇ, ਸਦਨ ਹੋਵੇ ਜਾਂ ਸੰਸਦ ਤੱਕ ਹੋਵੇ, ਲੋਕ ਸਭਾ ਸੰਸਦ ਹੋਵੇ, ਰਾਜ ਸਭਾ ਸੰਸਦ ਹੋਵੇ, ਮੈਂ ਉਹਨਾਂ ਦੇ ਵਿੱਚ ਸਿਰਫ ਤੇ ਸਿਰਫ ਕਿਹਾ ਜਾ ਰਿਹਾ ਵਿਰੋਧੀਆਂ ਦੇ ਵੱਲੋਂ ਕਿ ਅਰਵਿੰਦ ਕੇਜਰੀਵਾਲ ਨੂੰ ਫੇਮ ਦੇਣ ਦੇ ਨਾਲ ਬੀਜੇਪੀ ਦੇ ਵੱਲੋਂ ਇਹ ਸਾਰੀ ਸੈਟਿੰਗ ਕੀਤੀ ਜਾ ਰਹੀ ਹੈ ਕਿ ਦੋਨੋਂ ਰਲੇ ਹੋਏ ਨੇ। ਮੈਨੂੰ ਤਾਂ ਇਹ ਕੁਐਸਚਨ ਤੇ ਵੀ ਜੇ ਤੁਸੀਂ ਪੁੱਛਦੇ ਹੋ, ਮਨ ਤੇ ਇਹ ਆਉਂਦਾ ਕਿ ਇਹ ਕੁਐਸਚਨ ਬਣਦਾ ਹੀ ਨਹੀਂ। ਦੇਖੋ ਸਾਡੇ ਨਾਲ ਇੰਨਾ ਧੱਕਾ ਆਮ ਆਦਮੀ ਪਾਰਟੀ ਨਾਲ ਸੀ, ਜੇ 20 ਪਾਰਟੀ ਹੋਈ ਉਹਦੀ ਬੀਜੇਪੀ ਦਾ ਤਾਂ ਇਹ ਕੁਝ ਹੋਵੇ। ਕੰਮ ਸਾਨੂੰ ਨਹੀਂ ਕਰਨ ਦਿੱਤਾ ਜਾ ਰਿਹਾ, ਪੰਜਾਬ ਦੇ ਵਿੱਚ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਤੁਹਾਡੇ ਸਾਹਮਣੇ ਆ, ਗਵਰਨਰ ਰੋਜ਼ ਪੇਚਾ ਪਾ ਕੇ ਰੱਖਦਾ ਲੋਕ ਭਲਾਈ ਸਕੀਮਾਂ। ਤੁਸੀਂ ਇੱਕ ਗੱਲ ਦੱਸੋ, ਕਦੇ ਕਿਸੇ ਸਟੇਟ ਦੇ ਗਵਰਨਰ ਨੇ ਇਹ ਕਿਹਾ ਕਿ ਅਸੀਂ ਜਿਹੜਾ ਲੋਕਾਂ ਨੂੰ ਰਾਸ਼ਨ ਹੈ ਉਹਨਾਂ ਨੂੰ ਘਰ ਪਹੁੰਚਾਉਣਾ ਚਾਹੁੰਦੇ ਆ ਕਿ ਉਹਨਾਂ ਦੇ ਘਰ ਪਹੁੰਚੇ? ਉਹ 'ਚ ਵੀ ਇੰਟਰਫੀਅਰ, ਇੱਥੇ ਤੱਕ ਤਾਂ ਇੰਟਰਫੀਅਰ ਹੈ। ਸਾਡੇ ਕੋਲ RDF ਦਾ ਪੈਸਾ ਸਾਨੂੰ ਨਹੀਂ ਦੇ ਰਹੇ ਬੀਜੇਪੀ। ਅਸੀਂ 20 ਪਾਰਟੀ ਕਿਵੇਂ ਬਣ ਸਕਦੇ ਉਹਨਾਂ ਦੀ? 20 ਟੀਮ ਕਿਵੇਂ ਬਣ, ਮੈਨੂੰ ਦੱਸੋ। ਪਰ ਵਿਰੋਧੀਆਂ ਵੱਲੋਂ ਇਹ ਸਵਾਲ ਚੱਕੇ ਜਾ ਰਹੇ ਨੇ, ਕਿਉਂਕਿ ਜਦੋਂ ਵਿਰੋਧੀ ਕੈਮਰਿਆਂ ਦੇ ਉੱਤੇ ਆ ਕੇ ਮੀਡੀਆ ਦੇ ਅੱਗੇ ਇਹ ਸਵਾਲ ਰੱਖਦੇ ਨੇ ਤਾਂ ਸਾਨੂੰ ਵੀ ਕਿਤੇ ਨਾ ਕਿਤੇ ਪੁੱਛਣਾ ਬਣਦਾ, ਸਪਸ਼ਟੀਕਰਨ ਸਾਡਾ ਬਣਦਾ ਹੈ ਕਿ ਆਖਰ ਹੋ ਕੀ ਰਿਹਾ, ਕਿ ਉਹਨਾਂ ਦੇ ਵੱਲੋਂ ਇਹ ਸਵਾਲ ਹੀ ਦਾਗੇ ਜਾ ਰਹੇ ਨੇ ਜਾਂ ਕਿਤੇ ਨਾ ਕਿਤੇ ਕੁਝ ਹੈ ਵੀ ਹੈ। ਦੇਖੋ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਕਿ 20 ਟੀਮ ਕੌਣ ਹੈ। ਜਿੱਦਣ ਜਾਖੜ ਸਾਹਿਬ ਗਏ ਸਾਰੀ ਕਾਂਗਰਸ ਤਾਂ ਉਹਨਾਂ ਨਾਲ ਸੀ। 20 ਟੀਮ ਤਾਂ ਕਾਂਗਰਸ ਤੇ ਬੀਜੇਪੀ ਨੇ ਨਾ। ਇਹ ਇੱਕ ਭਰਮ ਪਲਾਉਣ ਲਈ ਗੱਲ ਕਰਦੇ। ਗੱਲ ਇਹ ਹੈ ਕਿ ਉਹਨਾਂ ਕੋਲ ਮੁੱਦਾ ਨਹੀਂ ਸਾਡੀ ਸਰਕਾਰ ਦੇ ਖਿਲਾਫ। ਜਿਵੇਂ ਕੰਮ ਹੋ ਰਹੇ ਨੇ, 1.25 ਸਾਲ ਦੇ 1.5 ਸਾਲ ਦੇ ਅਰਸੇ ਵਿੱਚ ਕੰਮ ਹੋਏ ਨੇ, ਜਿੰਨੀ ਤੇਜ਼ੀ ਨਾਲ ਕੰਮ ਹੋਏ ਨੇ ਲੋਕਾਂ ਨੂੰ ਪਸੰਦ ਹੈ। ਜਿਹੜੀ ਜਿਮਨੀ ਚੋਣ ਹੋਈ ਆ ਲੋਕ ਸਭਾ ਦੀ ਜਲੰਧਰ ਦੀ, ਸਾਨੂੰ ਤੀਜੇ ਨੰਬਰ ਤੇ ਦਿਖਾਉਂਦੇ ਸੀ। ਲੋਕਾਂ ਨੇ ਉੱਥੇ ਸਾਨੂੰ ਬੜੀ ਭਾਰੀ ਮੁਹੱਬਤ ਨਾਲ ਜਿਤਾਇਆ। ਇਹ ਨੀਤੀਆਂ ਹੀ ਸੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀਆਂ, ਲੋਕਾਂ ਨੂੰ ਪਸੰਦ ਆਈਆਂ। ਲੋਕਾਂ ਨੇ ਜਿਹੜੇ ਬਿੱਲਾਂ ਦਾ ਬੜਾ ਵੱਡਾ ਫੈਕਟ ਸੀ ਔਰ ਜੋ ਕੰਮ ਹੋ ਰਹੇ ਨੇ ਭਗਵੰਤ ਸਿੰਘ ਮਾਨ ਸਾਹਿਬ ਦੇ, ਸਾਡੇ CM ਸਾਹਿਬ ਉਹਨਾਂ ਦੀ ਅਗਵਾਈ 'ਚ ਸਾਡੀ ਸਰਕਾਰ ਕਰ ਰਹੀ ਹੈ, ਐਂਟੀ ਕਰਪਸ਼ਨ ਅਸੀਂ ਚੱਲ ਰਹੇ ਹਾਂ, ਉਹ ਲੋਕਾਂ ਨੂੰ ਪਸੰਦ ਹੈ। ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਲੋਕ ਤਾਂ ਇਸ ਤਰ੍ਹਾਂ ਹੀ ਸਰਕਾਰ ਚਾਹੁੰਦੇ ਸੀ। ਇਸ ਲਈ ਉਹਨਾਂ ਦੂਜੀਆਂ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਸਾਡੇ ਖਿਲਾਫ। ਉਹ ਇਸ ਤਰ੍ਹਾਂ ਦੀਆਂ ਬੇਤੁਕੀਆਂ ਗੱਲਾਂ ਕਰਦੇ ਰਹੇ ਨੇ। ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਕਿ ਬੀਜੇਪੀ ਦੀ ਟੀਮ ਕੌਣ ਹੈ। ਰਾਏ ਸਾਹਿਬ, ਜੇ ਮੈਂ ਫਤਿਹਗੜ੍ਹ ਸਾਹਿਬ ਦੀ ਗੱਲ ਕਰਾਂ, ਤੁਸੀਂ ਉਸ ਧਰਤੀ ਨੂੰ ਬਿਲੋਂਗ ਕਰਦੇ ਹੋ ਜਿਹਨੂੰ ਸ਼ਹੀਦਾਂ ਦੀ ਧਰਤੀ ਮੰਨਿਆ ਜਾਂਦਾ ਹੈ, ਕਿਉਂਕਿ ਦੁਨੀਆ ਦੇ ਵਿੱਚ ਇੱਕ ਮਾਣਮੱਤਾ ਇਤਿਹਾਸ ਹੈ, ਕਿਉਂਕਿ ਉਸ ਧਰਤੀ ਦੀ ਜੋ ਕੀਮਤ ਹੈ ਉਹ ਦੁਨੀਆ ਦੇ ਉੱਤੇ ਅੱਜ ਤੱਕ ਉਹ ਪੈਸਾ ਹੀ ਨਹੀਂ ਬਣ ਚੁੱਕਿਆ, ਕਿਉਂਕਿ ਉੱਥੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀਆਂ, ਲਾਸਾਨੀ ਕੁਰਬਾਨੀਆਂ। ਤਾਂ ਤੁਹਾਡਾ ਜਿਹੜਾ ਅਗਲਾ ਮੋਟਿਵ ਹੈ ਖਾਸ ਕਰਕੇ ਫਤਿਹਗੜ੍ਹ ਸਾਹਿਬ ਲਈ ਕੀ ਹੈ? ਤੁਹਾਡੀ ਰਣਨੀਤੀ ਕੀ ਹੈ ਖਾਸ ਕਰਕੇ ਫਤਿਹਗੜ੍ਹ ਸਾਹਿਬ ਦੇ ਲਈ? ਜਿਹੜੀਆਂ ਨੀਤੀਆਂ ਹੈ ਉਹਨਾਂ ਦੇ ਵਿੱਚ ਕੀ ਬਦਲਾਅ ਵੇਖਣਾ ਚਾਹੁੰਦੇ ਹੋ? ਫਤਿਹਗੜ੍ਹ ਸਾਹਿਬ ਨੂੰ ਕਿੱਥੇ ਕੁ ਵੇਖਣਾ ਚਾਹੁੰਦੇ ਹੋ? ਦੇਖੋ ਦੁਨੀਆ ਦੀ ਮਹਾਨ ਸ਼ਹਾਦਤ ਵਾਲੀ ਧਰਤੀ ਫਤਿਹਗੜ੍ਹ ਸਾਹਿਬ ਹੈ। ਬਾਬਾ ਜੋਰਾਵਰ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਮਹਾਨ ਸ਼ਹਾਦਤ ਹੋਈ ਔਰ ਇਹ ਧਰਤੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ। ਤੁਸੀਂ ਸਾਰੇ ਜਾਣਦੇ, ਆਪਾਂ ਸਾਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਵਾਕਫ ਹੈ ਕਿ ਮੋਹਰਾਂ ਖੜੀਆਂ ਕਰਕੇ ਜਦੋਂ ਸੰਸਕਾਰ ਕੀਤਾ ਗਿਆ ਸੀ ਸਾਡੇ ਸ਼ਹੀਦਾਂ ਦਾ, ਬਾਬਾ ਜੋਰਾਵਰ, ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਦਾ, ਇੰਨੀ ਮਹਿੰਗੀ ਧਰਤੀ ਦੁਨੀਆ 'ਤੇ ਅੱਜ ਵੀ ਕੋਈ ਨਹੀਂ ਹੈਗੀ। ਔਰ ਮੈਨੂੰ ਇਸ ਗੱਲ ਦਾ ਪਰਮਾਤਮਾ ਅੱਗੇ, ਅਕਾਲ ਪੁਰਖ ਅੱਗੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇੱਥੇ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ। ਮੇਰੀ ਜ਼ਿੰਮੇਵਾਰੀ ਜਿਹੜੀ ਸੇਵਾ ਦੇ ਦੌਰ 'ਤੇ ਦੁੱਗਣੀ ਹੋ ਜਾਂਦੀ ਹੈ ਕਿ ਇਹ ਮਹਾਨ ਸ਼ਹੀਦਾਂ ਦੀ ਧਰਤੀ ਹੈ। ਅਸੀਂ ਇੱਥੇ ਬਹੁਤ ਸਾਰੇ ਪ੍ਰੋਜੈਕਟ ਲਿਆਉਣ ਦੀ ਗੱਲ ਕਰ ਰਹੇ ਹਾਂ ਔਰ ਨਵੀਂ ਡਿਵੈਲਪਮੈਂਟ ਦੀਆਂ ਗੱਲਾਂ ਕਰ ਰਹੇ ਹਾਂ ਔਰ ਅਸੀਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਲੱਗੇ ਹੋਏ ਹਾਂ ਕੰਮ ਕਰਨ। ਪਹਿਲਾਂ ਤੁਸੀਂ ਜਿਹੜਾ 1 ਸਾਲ ਹੁੰਦਾ ਉਹਦੇ ਵਿੱਚ ਤਾਂ ਇਹ ਸੱਚ ਹੈ ਕਿ ਜਿਹੜੇ ਨਵੇਂ MLA ਨੂੰ ਸਮਝ ਨਹੀਂ ਹੁੰਦੀ, ਹੌਲੀ ਹੌਲੀ ਉਹਨੂੰ ਸਾਰਾ ਸਿਸਟਮ ਪਤਾ ਲੱਗਦਾ ਔਰ ਹੁਣ ਅਸੀਂ ਸਪੀਡ ਨਾਲ ਪਿੰਡਾਂ 'ਚ ਵੀ ਚੱਲ ਰਹੇ ਹਾਂ, ਸ਼ਹਿਰਾਂ 'ਚ ਵੀ ਚੱਲ ਰਹੇ ਹਾਂ, ਨੁਹਾਰ ਬਦਲਾਂਗੇ। ਜਿਹੜਾ ਸਾਡਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ, ਉਹਨੂੰ ਸਾਡੀ ਸਾਰਿਆਂ ਦੀ, ਮੈਂ ਜਿੰਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵੋਟਰ ਹੈ ਉਹਨਾਂ ਨੂੰ ਨਾਲ ਲੈ ਕੇ ਅਸੀਂ ਪੰਜਾਬ ਦਾ 1 ਨੰਬਰ ਹਲਕਾ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਫਤਿਹਗੜ੍ਹ ਸਾਹਿਬ ਦੇ ਜਿਹੜੇ ਵਰਕਰ ਨੇ, ਆਮ ਆਦਮੀ ਪਾਰਟੀ ਦੇ ਵਰਕਰ ਨੇ, ਉਹਨਾਂ ਨੂੰ ਕਿਸ ਜਗ੍ਹਾ ਤੇ ਸਟੈਂਡ ਕਰਾ ਰਹੇ ਹੋ? ਕਿਵੇਂ ਦੀ ਰਾਜਨੀਤੀ ਸਿਖਾ ਰਹੇ ਹੋ? ਕਿਉਂਕਿ ਜਿਵੇਂ ਤੁਸੀਂ ਹੁਣ ਕਿਹਾ ਕਿ ਪਹਿਲੀ ਵਾਰ ਵਿਧਾਇਕ ਚੁਣੇ ਗਏ ਹੋ, ਪਰ ਤੁਹਾਨੂੰ ਤਾਂ ਤਜਰਬਾ ਸੀ, ਤੁਸੀਂ ਸਰਪੰਚੀ ਤੋਂ ਲੈ ਕੇ ਵਿਧਾਇਕ ਤੱਕ ਆਏ ਹੋ, ਤੁਹਾਨੂੰ ਪਹਿਲਾਂ ਹੀ ਤਜਰਬਾ ਸੀ। ਜਿਹੜੇ ਵਰਕਰ ਹੁੰਦੇ ਨੇ ਉਹਨਾਂ ਨੂੰ ਇੰਨਾ ਤਜਰਬਾ ਨਹੀਂ ਹੁੰਦਾ। ਪੋਲਿਟਿਕਸ ਕਿਸ ਤਰ੍ਹਾਂ ਸਮਝਾ ਰਹੇ ਹੋ? ਕਿਸ ਤਰ੍ਹਾਂ ਦੀ ਰਣਨੀਤੀ ਲੈ ਕੇ ਚੱਲ ਰਹੇ ਹੋ? ਕਿਉਂਕਿ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਸਟਰਗਲ ਦਾ ਸਮਾਂ ਹੈ, ਕਿਉਂਕਿ ਬੀਜੇਪੀ ਵੀ ਟੱਕਰ ਦੇਣ ਦੀ ਪੂਰੀ ਤਿਆਰੀ ਦੇ ਵਿੱਚ ਹੈ, ਕਾਂਗਰਸ ਵੀ ਕਿਤੇ ਨਾ ਕਿਤੇ ਤੁਹਾਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਆਮ ਆਦਮੀ ਪਾਰਟੀ ਦੀ ਰਣਨੀਤੀ ਕੀ ਹੈ ਫਿਰ? ਦੇਖੋ, ਜਿਹੜੀ ਤੁਸੀਂ ਵਰਕਰ ਦੀ ਗੱਲ ਕੀਤੀ ਹੈ, ਵਲੰਟੀਅਰ ਦੀ ਗੱਲ ਕੀਤੀ ਹੈ, ਜਿਹੜੇ ਸਾਡੇ ਵਲੰਟੀਅਰ ਨੇ, ਵਰਕਰ ਨੇ,
ਉਹਨਾਂ ਵਰਗਾ ਮੈਂ ਸਮਝਦਾ ਹਿੰਦੁਸਤਾਨ ਦੀ ਗੱਲ ਤਾਂ ਛੱਡੋ, ਪੂਰੇ ਦੁਨੀਆ ਦੇ ਵਿੱਚ ਇੰਨਾ ਤਕੜਾ ਵਰਕਰ ਨਹੀਂ ਕਿਸੇ ਪਾਰਟੀ ਕੋਲ। ਤੁਹਾਡੇ ਸਾਹਮਣੇ ਉਦਾਹਰਨ ਹੈ ਕਿ ਜਦੋਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ 'ਚ ਫਲੱਡ ਆਏ, ਸਭ ਤੋਂ ਪਹਿਲਾਂ ਅਸੀਂ ਫੇਸ ਕੀਤੇ ਆ, ਔਰ ਅਸੀਂ ਸਵੇਰੇ ਸਾਰੇ ਇਕੱਠੇ ਹੋ ਕੇ ਬੇਨਤੀ ਕੀਤੀ ਸਾਰਿਆਂ ਨੂੰ, ਪਾਰਟੀਆਂ ਨੂੰ, ਮੈਂ ਇੱਕ ਪਾਰਟੀ ਦਾ ਨਹੀਂ ਆਪਣੀ ਪਾਰਟੀ ਬਾਰੇ ਨਹੀਂ, ਕਿ ਸਾਰਿਆਂ ਨੂੰ ਕਹੇ ਕਿ ਆਓ ਲੋਕਾਂ ਦੀ ਸੇਵਾ ਕਰੀਏ। ਔਰ ਸਾਡੇ ਜਿਹੜੇ ਵਰਕਰ ਸਹਿਬਾਨ ਸੀ ਉਹਨਾਂ ਨੇ ਆ ਕੇ ਆਪ ਟਰੈਕਟਰ ਚਲਾਏ, ਕਿਸੇ ਨੇ ਕੁਛ ਕਰਿਆ, ਲੋਕਾਂ ਨੂੰ ਕੱਢਿਆ, ਕੋਈ ਕਿਸ਼ਤੀਆਂ 'ਚ ਗਏ। ਤੁਸੀਂ ਦੇਖੋਗੇ ਮੈਕਸਿਮਮ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਸੇਵਾ ਕੀਤੀ। ਸੋ ਸਾਡੀ ਜਿਹੜੀ ਪਾਰਟੀ ਆ, ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ, ਉਹ ਇਸ ਗੱਲ 'ਤੇ ਪੋਲੀਟਿਕਸ ਉਹਨੂੰ ਨਾ ਜਾਂਦੀ ਹੋਵੇ ਲੇਕਿਨ ਲੋਕ ਸੇਵਾ 'ਚ ਸਭ ਤੋਂ ਅੱਗੇ ਨੇ। ਤੁਸੀਂ, ਮੇਰਾ ਲਾਸਟ ਸਵਾਲ ਹੈ, ਪੋਲਿਟਿਕਸ ਤੋਂ ਹਟ ਕੇ ਗੱਲ ਕਰਨੀ ਚਾਹਾਂਗਾ, ਨਿੱਜੀ ਜ਼ਿੰਦਗੀ ਦੇ ਵਿੱਚ ਕਿਵੇਂ ਵੇਖਦੇ ਹੋ? ਕਿਉਂਕਿ ਮੈਂ ਲਖਵੀਰ ਸਿੰਘ ਰਾਏ ਨੂੰ ਉਦੋਂ ਵੀ ਵੇਖਿਆ ਸੀ ਜਦੋਂ ਲਖਵੀਰ ਸਿੰਘ ਰਾਏ ਵਿਧਾਇਕ ਨਹੀਂ ਸਨ, ਕਿਉਂਕਿ ਜਦੋਂ ਤੁਸੀਂ ਇੱਕ ਵਕਾਲਤ ਦੀ ਸਰਵਿਸ ਕਰ ਰਹੇ ਸੀ, ਉਦੋਂ ਮੈਂ ਬਹੁਤ ਵਾਰ ਤੁਹਾਡੇ ਕੋਲ ਆਂਦਾ ਵੀ ਸੀਗਾ ਤੇ ਤੁਹਾਨੂੰ ਮਿਲਦਾ ਵੀ ਰਿਹਾ। ਤੁਹਾਡੇ ਉਦੋਂ ਜਦੋਂ ਮੈਂ ਤੁਹਾਨੂੰ ਕਦੇ ਮਿਲਦਾ ਹੁੰਦਾ ਸੀ ਨਾ, ਤਾਂ ਤੁਸੀਂ ਸਭ ਤੋਂ ਪਹਿਲਾਂ ਜਦੋਂ ਆਪਣੇ ਆਫਿਸ ਵੀ ਆਉਂਦੇ ਸੀ, ਸਭ ਤੋਂ ਪਹਿਲਾਂ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਸੀ। ਤੁਸੀਂ ਵਕਾਲਤ ਦੀ ਕਿਤਾਬ ਚੱਕਣ ਤੋਂ ਪਹਿਲਾਂ ਵੀ ਪਰਮਾਤਮਾ ਵੱਲ ਝੁਕਾਅ ਰੱਖਦੇ ਸੀ। ਉਹ ਨਿੱਜੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਵੇਖਦੇ ਹੋ? ਅੱਜ ਤੁਸੀਂ ਸਿਆਸਤ ਦੇ ਵਿੱਚੋਂ ਸਮਾਂ ਕੱਢਦੇ ਹੋ? ਦੇਖੋ, ਜਿਹੜੀ ਨਿੱਜੀ ਜ਼ਿੰਦਗੀ ਹੈ ਉਹ ਜਦੋਂ ਬੰਦਾ ਕੋਈ ਇਲੈਕਟਡ ਹੁੰਦਾ, ਜਿਵੇਂ MLA ਚੁਣਿਆ ਗਿਆ, ਲੋਕਾਂ ਨੇ ਸੇਵਾ ਦਾ ਮੌਕਾ ਦਿੱਤਾ, ਤਾਂ ਇਹ ਲੋਕਾਂ ਨੂੰ ਸਮਰਪਿਤ ਹੈ। ਜਿਵੇਂ ਸਾਡੇ ਲੀਡਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਕਹਿੰਦੇ ਆ ਕਿ ਇਹ ਹੁਣ ਜ਼ਿੰਦਗੀ ਲੋਕਾਂ ਨੂੰ ਸਮਰਪਿਤ ਹੈ। ਔਰ ਤੁਹਾਡਾ ਜਿਹੜਾ ਪਰਿਵਾਰ ਹੈ, ਤੁਹਾਡੇ ਪਰਿਵਾਰ ਦੇ ਨਾਲ ਨਾਲ ਸਾਡਾ ਹਲਕਾ ਪੂਰਾ ਪਰਿਵਾਰ ਹੈ। ਅਤੇ ਮੇਰੇ ਤਾਂ ਸਭ ਤੁਸੀਂ ਜਾਣਦੇ ਹੋ ਕਿ 24 ਘੰਟੇ ਘਰ ਦੇ ਦਰਵਾਜ਼ੇ ਖੁੱਲ੍ਹੇ ਰਹੇ, ਤੇ ਜਦ ਮਰਜ਼ੀ ਲੋਕ ਮਿਲ ਸਕਦੇ ਨੇ। ਸੇਵਾ 'ਚ ਲੱਗੇ ਹਾਂ, ਔਰ ਗੁਰੂ ਸਾਹਿਬ ਵੀ ਸਾਨੂੰ ਇਹੀ ਸਿਖਾਉਂਦੇ ਆ ਕਿ ਜਿੰਨੀ ਲੋਕਾਂ ਦੀ ਸੇਵਾ ਕੀਤੀ ਜਾਵੇ, ਲੋੜਵੰਦ ਦੀ ਸੇਵਾ ਕੀਤੀ ਜਾਵੇ, ਉਹ ਸਭ ਤੋਂ ਵੱਧ ਜਿਹੜਾ ਉਹ ਸੇਵਾ ਹੁੰਦੀ ਹੈ। ਸੋ ਅਸੀਂ ਉਸ ਮਨਸ਼ਾ ਨਾਲ ਲੱਗੇ ਹਾਂ, ਔਰ ਸਾਡੇ ਲੀਡਰ ਸਾਹਿਬਾਨਾਂ ਦਾ ਜਿਹੜੇ ਸਾਨੂੰ ਆਦੇਸ਼ ਨੇ, ਉਹਨਾਂ ਦੀ ਸੋਚ ਅਨੁਸਾਰ ਅਸੀਂ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਲੱਗੇ ਹਾਂ। ਔਰ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਕਿਵੇਂ ਬਣਾਈਏ, ਦਿਨ ਰਾਤ ਕਰਕੇ ਕੰਮ ਲੱਗੇ ਕਰਨ। ਔਰ ਉਹ ਦਿਨ ਦੂਰ ਨਹੀਂ ਜਦੋਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਅੱਲਾ ਸਾਡੇ 'ਤੇ ਮਿਹਰਬਾਨ ਹੋਣਗੇ, ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਵਾਂਗੇ ਔਰ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਮੋਹਰੀ ਹਲਕਾ ਬਣਾਵਾਂਗੇ। ਮੈਂ ਸਾਡੇ ਵਲੰਟੀਅਰ ਸਾਹਿਬਾਨਾਂ ਨਾਲ ਇਕੱਠੇ ਹੋ ਕੇ ਅਸੀਂ ਬਣਾਵਾਂਗੇ। ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲੋਕਾਂ ਦੀ ਰਾਏ ਲੈ ਕੇ ਬਣਾਵਾਂਗੇ, ਕਿਉਂਕਿ ਕੋਈ ਵੀ ਜੇ ਅਸੀਂ ਕੰਮ ਕਰਦੇ ਹਾਂ, ਮੈਂ ਇਕੱਲਾ ਕੋਈ ਆਪ ਗੱਲ ਨਹੀਂ ਕਰਦਾ, ਮੈਂ ਲੋਕਾਂ ਤੋਂ ਰਾਏ ਵੀ ਲੈਂਦਾ, ਕਿਉਂਕਿ ਇੱਕ ਦਿਮਾਗ ਇੰਨਾ ਇੰਟੈਲੀਜੈਂਟ ਨਹੀਂ ਹੋ ਸਕਦਾ ਜਿੱਥੇ 10 ਵੀ ਦਿਮਾਗ ਹੋ ਜਾਣਗੇ। ਉਹਨਾਂ ਦੀ ਰਾਏ ਲੈ ਕੇ ਜਿਹੜਾ ਕੰਮ ਕਰਾਂਗੇ ਉਹ ਵਧੀਆ ਹੁੰਦਾ। ਔਰ ਫਤਿਹਗੜ੍ਹ ਸਾਹਿਬ ਦੇ ਲੋਕ ਮੈਨੂੰ ਬੜਾ ਸਮਰਥਨ ਦੇ ਰਹੇ ਨੇ, ਬੜਾ ਪਿਆਰ ਦੇ ਰਹੇ ਨੇ। ਉਹਨਾਂ ਦੀ ਰਾਏ ਲੈ ਕੇ ਅਸੀਂ ਅੱਗੇ ਵਧਾਂਗੇ ਔਰ ਸਾਡੇ ਹਲਕੇ ਨੂੰ ਮੋਹਰੀ ਹਲਕਾ ਬਣਾਵਾਂਗੇ। ਆਖਰੀ ਸਵਾਲ ਹੈ, ਲਖਵੀਰ ਸਿੰਘ ਰਾਏ ਦਾ ਸੰਦੇਸ਼ ਕੀ ਹੈ? ਕਿੰਨੇ ਕੁ ਸਮਰਪਿਤ ਨੇ ਉਹ, ਤੇ ਉਹਨਾਂ ਦਾ ਸੰਦੇਸ਼ ਕੀ ਹੈ? ਦੇਖੋ, ਸਾਡਾ ਸਾਰਿਆਂ ਦਾ ਸੰਦੇਸ਼, ਆਮ ਆਦਮੀ ਪਾਰਟੀ ਦੇ ਪੂਰੇ 92 MLA ਸਾਹਿਬਾਨ, ਸਾਡੇ ਲੀਡਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਔਰ ਅਰਵਿੰਦ ਕੇਜਰੀਵਾਲ ਸਾਹਿਬ, ਦਿੱਲੀ ਦੇ ਸਾਡੇ ਕਨਵੀਨਰ ਸਾਹਿਬ, ਉਹਨਾਂ ਦਾ ਸੰਦੇਸ਼ ਹੈ ਕਿ ਤੁਸੀਂ ਲੋਕਾਂ ਦੀ ਸੇਵਾ ਕਰਨ ਲਈ ਆਏ ਹੋ, ਲੋਕ ਸੇਵਾ ਕਰੋ। ਇਹ ਪਿਛਲੀਆਂ ਸਰਕਾਰਾਂ ਵਾਂਗ ਜੇਬ ਭਰਨ ਲਈ ਸਰਕਾਰ ਨਹੀਂ ਹੈਗੀ। ਲੋਕਾਂ ਦੀ ਸੇਵਾ ਕਰਨੀ ਹੈ, ਇਮਾਨਦਾਰੀ ਨਾਲ ਸੇਵਾ ਕਰਨੀ ਹੈ ਔਰ ਲੋਕਾਂ ਨੂੰ ਸਮਰਪਿਤ ਰਹਿਣਾ, ਔਰ ਪੰਜਾਬ ਨੂੰ ਦੁਬਾਰਾ ਉਸ ਪੋਜੀਸ਼ਨ 'ਤੇ ਲੈ ਕੇ ਆਉਣਾ ਜਿੱਥੇ ਪੰਜਾਬ ਪਹਿਲਾਂ ਸੀ। ਉਹਦੇ ਲਈ ਦਿਨ ਰਾਤ ਕਰਕੇ ਕੰਮ ਕਰਨਾ। ਤੁਸੀਂ ਲੋਕਾਂ ਦੇ ਵਿੱਚ ਰਹਿਣਾ ਔਰ ਲੋਕਾਂ ਦੇ ਜਿਹੜੇ ਦੁੱਖ ਸੁੱਖ ਹੈ ਉਹਨਾਂ ਵਿੱਚ ਸ਼ਾਮਲ ਹੋ ਕੇ ਉਹਨਾਂ ਦੇ ਦੁੱਖ ਦੂਰ ਕਰਨੇ ਆ। ਇਹ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਵੱਲੋਂ ਔਰ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਰਾਏ ਸਾਹਿਬ, ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਲਖਵੀਰ ਸਿੰਘ ਰਾਏ ਸ਼੍ਰੀ ਫਤਿਹਗੜ੍ਹ ਸਾਹਿਬ ਹਲਕੇ ਤੋਂ ਵਿਧਾਇਕ ਨੇ, ਵੱਡੇ ਕਦਾਵਰ ਨੇਤਾ ਨੇ। ਅੱਜ ਦੀ ਜੇ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਕਾਫੀ ਜ਼ਿਆਦਾ ਨੇੜੇ ਤੋਂ ਜਾਣਦੇ ਨੇ, ਨੇੜੇ ਤੋਂ ਹੋ ਕੇ ਮਿਲਦੇ ਨੇ। ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਲਈ ਉਹ ਸ਼ੁਰੂ ਤੋਂ ਸਮਰਪਿਤ ਨੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਨੂੰ ਜਿੱਥੇ ਰੰਗਲਾ ਪੰਜਾਬ ਬਣਾਉਣਾ ਹੀ ਆ, ਉੱਥੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਨੁਹਾਰ ਹੋਰ ਵੀ ਬਦਲਣਗੇ, ਕਿਉਂਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੁਨੀਆ ਦੇ ਵਿੱਚ ਇੱਕ ਮਾਣਮੱਤਾ ਇਤਿਹਾਸ ਰੱਖਦਾ ਹੈ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।